Good afternoon, everyone. My name is Manpreet Kaur. I'm here again to discuss with you about the last and part third of the nervous system. In my previous lecture, I discussed with you about the cerebellum, its functions, then various ventricles, then CSF and its flow, then about the nerve, structure of the nerve, various nerves, including mixed nerves, sensory nerves, and the motor nerves. So in today's lecture, I'll be discussing with you about autonomic nervous system and under that sympathetic responses and parasympathetic responses. Afterward, I'll also be discussing with you about the effect of the poison on the nervous system and spinal cord, structure of spinal cord, then about the reflexes, that is reflex arc and reflex action. So I'm going to start with the autonomic nervous system. Autonomic nervous system means it is the involuntary part. The autonomic or the involuntary part of the nervous system controls the functions of the body carried out automatically. That is initiated in the brain below the level of the cerebrum. ਸੋ ਜੋ ਆਟੋਨੋਮਿਕ ਨਰਵਸ ਸਿਸਟਮ ਹੈ ਇਸ ਦੇ ਜੋ ਪਾਰਟਸ ਹੁੰਦੇ ਨੇ ਇਸ ਦੇ ਅੰਡਰ ਜੋ ਵੀ ਪਾਰਟਸ ਹੁੰਦੇ ਨੇ ਉਹ ਸਾਰੇ ਆਉਂਦੇ ਨੇ ਜੋ ਕਿ ਇਨਵੋਲੰਟਰੀ ਕੰਟਰੋਲ ਦੇ ਅੰਡਰ ਹੁੰਦੇ ਨੇ ਜਿਨ੍ਹਾਂ ਦਾ ਉੱਤੇ ਆਪਣਾ ਕੋਈ ਕੰਟਰੋਲ ਨਹੀਂ ਹੁੰਦਾ ਉਹ ਆਪਣੇ ਆਪ ਆਪਣੀ ਐਕਟੀਵਿਟੀਜ਼ ਕਰਦੀਆਂ ਨੇ ਬਿਕਾਜ਼ ਦੇ ਆਰ ਗੈਟਿੰਗ ਦ impulses from the brain directly. They are not under our control. They are under their own control. So ਜੋ ਆਟੋਨੋਮਿਕ ਨਰਵਸ ਸਿਸਟਮ ਹੁੰਦਾ ਹੈ ਇਹ ਰਿਸਪੌਂਸਿਬਲ ਹੁੰਦਾ ਹੈ ਇਨਵੋਲੰਟਰੀ ਪਾਰਟਸ ਨੂੰ ਕੰਟਰੋਲ ਕਰਨ ਦੇ ਲਈ ਐਂਡ ਇਹ ਇਨੀਸ਼ੀਏਟ ਹੁੰਦਾ ਹੈ ਬ੍ਰੇਨ ਦੇ ਵਿੱਚ ਬਿਲੋ ਦ ਲੈਵਲ ਆਫ ਦ ਸੈਰੀਬ੍ਰਮ ਤੋਂ ਨੀਚੇ ਜੋ ਵੀ ਪਾਰਟਸ ਆਉਂਦੇ ਨੇ ਇਨਕਲੂਡਿੰਗ ਸੈਰੀਬੈਲਮ ਪੌਨਸ ਮੈਡੂਲਾ ਬਲੋਂਗੇਟਾ ਮਿਡ ਬ੍ਰੇਨ ਇਹਨਾਂ ਸਾਰਿਆਂ ਦੇ ਵਿੱਚ ਇਹਨਾਂ ਦੇ ਸੈਂਟਰਸ ਹੁੰਦੇ ਨੇ ਸੋ ਇਫੈਕਟਰ ਆਰਗਨਸ ਆਰ ਜੋ ਆਟੋਨੋਮਿਕ ਨਰਵਸ ਸਿਸਟਮ ਦੇ ਅੰਡਰ ਜੋ ਆਰਗਨਸ ਆਉਂਦੇ ਨੇ ਉਹ ਕਿਹੜੇ ਹੁੰਦੇ ਨੇ ਕਿੰਨਾ ਨੂੰ ਇਹ ਕੰਟਰੋਲ ਕਰਦਾ ਹੈ ਸੋ ਨੰਬਰ 1 ਆਰ ਦਾ ਸਮੂਥ ਮਸਲ ਸੈਕੰਡ ਵਨ ਆਰ ਦਾ ਕਾਰਡੀਅਕ ਮਸਲਸ ਥਰਡ ਵਨ ਆਰ ਦਾ ਗਲੈਂਡਸ ਸੋ ਸਮੂਥ ਮਸਲਸ ਕਾਰਡੀਅਕ ਮਸਲਸ ਤੇ ਗਲੈਂਡਸ ਇਹਨਾਂ ਦੀਆਂ ਐਕਟੀਵਿਟੀਜ਼ ਨੂੰ ਆਟੋਨੋਮਿਕ ਨਰਵਸ ਸਿਸਟਮ ਹੀ ਕੰਟਰੋਲ ਕਰਦਾ ਹੈ ਕਿਉਂਕਿ ਸਮੂਥ ਮਸਲ ਸਾਰੇ ਆਰਗਨਸ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ ਜੋ ਕਿ ਸਾਡੇ ਕੰਟਰੋਲ ਦੇ ਅੰਡਰ ਨਹੀਂ ਹੁੰਦੇ ਕਾਰਡੀਅਕ ਮਸਲਸ ਹਾਰਟ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ ਜੋ ਕਿ ਅਗੇਨ ਸਾਡੇ ਕੰਟਰੋਲ ਦੇ ਅੰਡਰ ਨਹੀਂ ਹੁੰਦੇ ਐਂਡ ਜੋ ਗਲੈਂਡਸ ਦੀਆਂ ਸੈਕ੍ਰੀਸ਼ਨਸ ਹੁੰਦੀਆਂ ਨੇ ਉਹਨਾਂ ਨੇ ਸੈਕ੍ਰੀਸ਼ਨਸ ਕਰਨੀਆਂ ਨੇ ਨਹੀਂ ਕਰਨੀਆਂ ਉਹ ਵੀ ਉਹਨਾਂ ਦੇ ਆਪਣੇ ਕੰਟਰੋਲ ਦੇ ਅੰਡਰ ਹੁੰਦੀਆਂ ਨੇ ਉਹ ਵੀ ਸਾਡੇ ਆਪਣੇ ਕੰਟਰੋਲ ਦੇ ਅੰਡਰ ਨਹੀਂ ਹੁੰਦੀਆਂ so next one is the effects of the autonomic stimulation so number one is the changes in the rate and force of the heartbeat ਕੀ ਇਫੈਕਟ ਹੁੰਦਾ ਹੈ autonomic stimulation ਦਾ ਪਹਿਲਾਂ ਤਾਂ ਹਾਰਟ ਬੀਟ ਹੁੰਦੀ ਹੈ ਜੋ ਰੇਟ ਹੁੰਦਾ ਹੈ ਉਸ ਨੂੰ ਚੇਂਜ ਕਰਨ ਦੇ ਵਿੱਚ ਇਹ ਹੈਲਪ ਕਰਦਾ ਹੈ ਮੀਨਸ ਹਾਰਟ ਰੇਟ ਘਟ ਰਿਹਾ ਹੈ ਵਧ ਰਿਹਾ ਹੈ ਟੈਕੀਕਾਰਡੀਆ ਹੋ ਰਿਹਾ ਬ੍ਰੈਡੀਕਾਰਡੀਆ ਹੋ ਰਿਹਾ ਪੇਸ਼ੈਂਟ ਨੂੰ ਉਹ ਸਾਰਾ ਕੁਝ ਆਟੋਨੋਮਿਕ ਨਰਵਸ ਸਿਸਟਮ ਦੇ ਕੰਟਰੋਲ ਦੇ ਅੰਡਰ ਹੁੰਦਾ ਹੈ second one is stimulation or depression of the secretion of the glands so glands ne various kind of secretions are there so glands ਨੇ ਜੋ ਅਲੱਗ-ਅਲੱਗ ਤਰ੍ਹਾਂ ਦੀ secretion ਕਰਨ ਦੇ ਲਈ ਰਿਸਪੌਂਸਿਬਲ ਹੁੰਦੀਆਂ ਨੇ ਉਹ secretions ਘੱਟ ਹੋਣੀਆਂ ਚਾਹੀਦੀਆਂ ਨੇ ਵੱਧ ਹੋਣੀਆਂ ਚਾਹੀਦੀਆਂ ਨੇ ਸੋ ਉਹ ਸਾਰਾ ਕੁਝ ਵੀ ਆਟੋਨੋਮਿਕ ਸਿਸਟਮ ਦੇ ਕੰਟਰੋਲ ਦੇ ਅੰਡਰ ਹੁੰਦਾ ਹੈ ਥਰਡ ਵਨ ਇਜ਼ ਦਾ vasoconstriction and vasodilation vaso ਮਤਲਬ ਰਿਲੇਟਡ ਟੂ ਬਲੱਡ ਵੈਸਲਸ ਜੋ ਬਲੱਡ ਵੈਸਲਸ ਨੇ ਕੰਸਟ੍ਰਿਕਟ ਹੋ ਰਹੀਆਂ ਨੇ ਡਾਇਲੇਟ ਹੋ ਰਹੀਆਂ ਨੇ ਉਹ ਅਸੀਂ ਆਪਣੀ ਮਰਜ਼ੀ ਦੇ ਨਾਲ ਨਹੀਂ ਕਰਦੇ ਉਹ ਵੀ ਆਟੋਨੋਮਿਕ ਨਰਵਸ ਸਿਸਟਮ ਦੇ ਕੰਟਰੋਲ ਦੇ ਅੰਡਰ ਹੀ ਹੁੰਦੀਆਂ ਨੇ ਨੈਕਸਟ ਵਨ ਇਜ਼ bronchoconstriction and the bronchodilation then again ਜੋ ਲੰਗਸ ਦੇ ਰਿਲੇਟਡ ਹੁੰਦਾ ਹੈ ਜੋ ਬ੍ਰੌਂਕਾ ਹੈ ਬ੍ਰੌਂਕਿਊਲਸ ਨੇ ਉਹ ਕੰਸਟ੍ਰਿਕਟ ਹੋ ਰਹੇ ਨੇ ਉਹ ਡਾਇਲੇਟ ਹੋ ਰਹੇ ਨੇ ਰੈਸਪੀਰੇਸ਼ਨ ਰੇਟ ਇਨਕਰੀਜ਼ ਹੋ ਰਿਹਾ ਹੈ ਘਟ ਰਿਹਾ ਹੈ ਉਹ ਵੀ ਸਾਰਾ ਕੁਝ ਆਟੋਨੋਮਿਕ ਕੰਟਰੋਲ ਦੇ ਅੰਡਰ ਹੀ ਹੁੰਦਾ ਹੈ ਸੋ ਚੇਂजेस ਇਨ ਦ ਸਾਈਜ਼ ਆਫ ਦ ਪਿਊਪਲ ਆਫ ਦ ਆਈ ਸੋ ਇਹ ਵੀ ਆਪਣੇ ਕੰਟਰੋਲ ਦੇ ਅੰਡਰ ਨਹੀਂ ਹੁੰਦਾ ਕਿਉਂਕਿ ਜੋ ਪਿਊਪਲ ਦਾ ਸਾਈਜ਼ ਹੈ ਉਹ ਵੀ ਆਟੋਨੋਮਿਕ ਨਰਵਸ ਸਿਸਟਮ ਦੇ ਕੰਟਰੋਲ ਦੇ ਅੰਡਰ ਹੁੰਦਾ ਹੈ ਸਚ ਐਸ ਜੋ ਬ੍ਰੌਡਹੈਡ ਪੇਸ਼ੈਂਟਸ ਹੁੰਦੇ ਨੇ ਮੀਨਸ ਜੋ ਡੈਡ ਪੇਸ਼ੈਂਟਸ ਹੁੰਦੇ ਨੇ ਉਹਨਾਂ ਦੇ ਪਿਊਪਲ ਦਾ ਸਾਈਜ਼ ਬਿਲਕੁਲ ਡਾਇਲੇਟਡ ਪਿਊਪਲ ਹੁੰਦੇ ਨੇ ਉਹਨਾਂ ਦੇ ਸਾਈਜ਼ ਬਿਲਕੁਲ ਵਧਿਆ ਹੁੰਦਾ ਹੈ ਸੋ ਵੀ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਕਰਦੇ ਉਹ ਆਟੋਨੋਮਿਕ ਕੰਟਰੋਲ ਦੇ ਅੰਡਰ ਹੁੰਦਾ ਹੈ ਡਿਪੈਂਡਿੰਗ ਅਪਨ ਦ ਐਕਟੀਵਿਟੀਜ਼ ਆਫ ਦ ਬੋਡੀ ਡਿਪੈਂਡਿੰਗ ਅਪਨ ਦ ਫਿਜ਼ੀਓਲੋਜੀ ਆਫ ਦ ਬੋਡੀ so next one is the divisions of the autonomic nervous system so basically the autonomic nervous system is divided into two parts that is the sympathetic responses and the parasympathetic responses so number one is the sympathetic responses or the sympathetic nervous system. It is sometimes said that sympathetic stimulation is for fight or flight. ਜੋ ਸਿੰਪਥੈਟਿਕ ਸਟਿਮੂਲੇਸ਼ਨ ਹੁੰਦੀ ਹੈ ਉਹ ਇਦਾਂ ਦੀ ਸਟਿਮੂਲੇਸ਼ਨ ਹੁੰਦੀ ਹੈ ਕਿ ਜਦੋਂ ਸਾਡੀ ਬੋਡੀ ਦੀ ਕੰਡੀਸ਼ਨ ਹੈ ਜੋ ਮੀਨਸ ਬਿਲਕੁਲ
वी कैन सी कि बॉर्डर दे उत्ते हुंदी है उस टाइम दे उत्ते कि बॉडी कोल दो ही ऑप्शन बच जांदे ने कि ईदर द बॉडी कैन फाइट और द बॉडी कैन फ्लाइट या तां करो या फिर मरो मीनस ਏਦਾਂ ਦੀ स्थिति आ जांदी है कि बॉडी ਨੂੰ ਜਾਂ ਫਿਰ ਕਰਨਾ ਪੈਂਦਾ ਹੈ ਕੁਝ ਨਾ ਕੁਝ ਜਾਂ ਤੇ ਫਿਰ ਬॉडी ਡੈਡ ਹੈ ਦੈਨ ਇਹਦੇ ਵਿੱਚ ਜੋ ਸਿੰਪੈਥੈਟਿਕ ਨਰਵਸ ਸਿਸਟਮ ਦੇ ਵਿੱਚ ਜੋ ਨਿਊਰੋਟ੍ਰਾਂਸਮਿਟਰਸ ਰਿਲੀਜ਼ ਹੁੰਦੇ ਨੇ ਉਹ ਦੋ ਤਰ੍ਹਾਂ ਦੇ ਹੁੰਦੇ ਨੇ that are acetylcholine and second one is the noradrenaline. So these are various body parts or the various body organs and these are their activities under the sympathetic responses such as जो iris muscles ਹੁੰਦੇ ਨੇ eye ਦੇ ਵਿੱਚ present ਹੁੰਦੇ ਨੇ ਜਦੋਂ sympathetic response ਹੁੰਦਾ ਹੈ then the pupil is going to dilate and slightly relax ਜਾਂ ਤਾਂ pupil dilated ਹੋ ਜਾਂਦੀ ਹੈ ਜਾਂ ਫਿਰ ਥੋੜੀ relax ਹੋ ਜਾਂਦੀ ਹੈ constrict ਨਹੀਂ ਹੋਏਗੀ sympathetic response ਆਉਣ ਤੇ second one is the ब्लड वेसल्स जो कि सिंपैथेटिक रिस्पांस ਦਾ ਕੀ ਅਸਰ ਹੋਏਗਾ ਵੇਜ਼ੋ ਕੰਸਟ੍ਰਿਕਸ਼ਨ ਹੋਏਗੀ ਸਿੰਪੈਥੈਟਿਕ ਰਿਸਪਾਂਸ ਦੇ ਨਾਲ ਮਤਲਬ ਬਲੱਡ ਵੈਸਲਸ ਨੇ ਜੋ ਕੰਸਟ੍ਰਿਕਟ ਕਰ ਜਾਣਗੇ ਨੈਕਸਟ ਵਨ ਇਜ਼ ਸੈਲਿਵਰੀ ਗਲੈਂਡਸ ਜੋ ਸੈਲਿਵਰੀ ਗਲੈਂਡਸ ਨੇ they are going to inhibit the secretions मतलब secretions बहुत ज्यादा हो रही ने autonomic system ਦੇ ਅੰਡਰ ਜੋ sympathetic nervous system ਹੈ ਆਪਣਾ ਉਹ ਲਾਈਕ ਸਟਿਮੂਲੇਟ ਹੋ ਜਾਏਗਾ ਤੇ ਜਿਹੜੀਆਂ secretions ਨੇ ਗਲੈਂਡਸ ਤੋਂ ਹੋਣ ਵਾਲੀਆਂ ਉਹ ਘਟ ਜਾਣਗੀਆਂ ਇਨਹਿਬਿਟ ਹੋ ਜਾਣਗੀਆਂ ਰੁਕ ਜਾਣਗੀਆਂ ਇੱਕ ਤਰ੍ਹਾਂ ਨਾਲ ਨੈਕਸਟ ਵਨ ਇਜ਼ oral and nasal mucosa ਜੋ oral cavity and nasal cavity ਦੇ ਵਿੱਚ ਹੁੰਦਾ ਆ ਤਾਂ ਉਹਦੇ ਰਿਲੇਟਡ ਕੀ ਹੋਏਗਾ ਸਿੰਪੈਥੈਟਿਕ ਰਿਸਪਾਂਸ ਆਉਣ ਤੇ ਮਿਊਕਸ ਸਕ੍ਰੀਸ਼ਨ ਇਨਹਿਬਿਟਡ ਜੋ ਮਿਊਕਸ ਸਕ੍ਰੀਟ ਹੁੰਦਾ ਹੈ ਉਹ ਕੀ ਬੰਦ ਹੋ ਜਾਏਗਾ ਮਿਊਕਸ ਬਿਲਕੁਲ ਸਕ੍ਰੀਟ ਨਹੀਂ ਹੋਏਗਾ ਦੈਨ ਸਕੈਲੇਟਲ ਬਲੱਡ ਮਸਲਸ ਬਲੱਡ ਵੈਸਲਸ ਹੁੰਦੀਆਂ ਨੇ ਜੋ ਉਹ ਕੀ ਹੈ ਡਾਇਲੇਟ ਹੋ ਜਾਣਗੀਆਂ ਬਲੱਡ ਵੈਸਲਸ ਹੈਡ ਦੇ ਵਿੱਚ ਕੰਸਟ੍ਰਿਕਟ ਹੋਣਗੀਆਂ ਬਟ ਸਕੈਲੇਟਲ ਬਲੱਡ ਵੈਸਲਸ ਡਾਇਲੇਟ ਹੋਣਗੀਆਂ ਇੱਥੇ ਹਾਰਟ ਦੇ ਉੱਤੇ ਕੀ ਰਿਸਪਾਂਸ ਹੋਏਗਾ ਇਸ ਚੀਜ਼ ਦਾ ਕੀ ਅਸਰ ਹੋਏਗਾ rate and force of the heart will be contracted and मतलब जो contraction है heart ਦੀ rate ਦੀ force ਦੀ ਉਹ ਕੀ increase ਹੋ ਜਾਏਗੀ heart rate ਵੱਧ ਜਾਏਗੀ patient like ਜੇ ਅਗਰ heart rate ਘਟ ਰਹੀ ਹੈ ਤਾਂ ਇਸ ਟਾਈਮ ਤੇ heart rate ਵਧੇਗੀ sympathetic response ਆਉਂਦੇ then coronary arteries ਜੋ coronary arteries ਜੋ ਕਿ heart ਨੂੰ blood supply ਕਰਵਾਉਂਦੀਆਂ ਨੇ ਉਹ ਵਾਲੀਆਂ arteries ਦੇ ਉੱਤੇ ਕੀ ਹੋਏਗਾ ਅਸਰ vasodilation ਹੋਏਗੀ ਇਹਨਾਂ ਦੇ ਉੱਤੇ skeletal blood vessels ਵੀ ਆਪਣੇ ਕੋਲ ਕੀ ਹੈ ਡਾਇਲੇਟ ਹੋਣਗੀਆਂ coronary arteries ਵੀ ਡਾਇਲੇਟ ਹੋਣਗੀਆਂ ਬਟ ਜੋ ਹੈਡ ਨੂੰ blood supply ਕਰਦੀਆਂ ਨੇ ਉਹ constrict ਹੋਣਗੀਆਂ ਇਸ ਟਾਈਮ ਤੇ trachea and bronchi ਇਹਨਾਂ ਦੇ ਉੱਤੇ ਕੀ ਅਸਰ ਹੋਏਗਾ bronchodilation ਹੋਏਗੀ stomach ਦੇ ਉੱਤੇ ਕੀ ਹੋਏਗਾ peristalsis reduces ਮਤਲਬ ਜੋ peristalsis movements ਹੁੰਦੀਆਂ ਨੇ stomach ਦੇ ਵਿੱਚ ਉਹ ਕੀ ਘਟ ਜਾਣਗੀਆਂ ਆਪਣੀਆਂ and sphincters close ਜੋ sphincters ਨੇ ਉਹ ਬਿਲਕੁਲ ਹੀ close ਹੋ ਜਾਣਗੇ then intestine ਦੇ ਉੱਤੇ ਕੀ ਅਸਰ ਹੋਏਗਾ peristalsis and the tone decrease the vasoconstriction तो वेजो इंटेस्टाइन ਦੇ ਵਿੱਚ वेजो कंस्ट्रिक्शन ਹੋ ਜਾਏਗੀ ਜੋ ਪੈਰਾਸਟਾਲਸਿਸ ਮੂਵਮੈਂਟਸ ਨੇ ਟੋਨ ਹੈ ਉਹਨਾਂ ਦੀ ਉਹ ਕੀ ਹੈ ਡਿਕਰੀਜ਼ ਹੋ ਜਾਏਗੀ ਲੀਵਰ ਦੇ ਵਿੱਚ ਕੀ ਹੋਏਗਾ ਜੋ ਗਲਾਈਕੋਜਨ ਗਲੂਕੋਜ਼ ਦੇ ਵਿੱਚ ਕਨਵਰਟ ਹੁੰਦਾ ਹੈ ਉਹਦੀ ਕਨਵਰਜਨ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਏਗੀ ਗਲਾਈਕੋਜਨ ਗਲੂਕੋਜ਼ ਦੇ ਵਿੱਚ ਤੇਜ਼ੀ ਨਾਲ ਕਨਵਰਟ ਹੋਣਾ ਸਟਾਰਟ ਹੋ ਜਾਏਗਾ ਨੈਕਸਟ ਵਨ ਸਪਲੀਨ ਹੈ ਕੰਟਰੈਕਟ ਹੋ ਜਾਏਗੀ ਐਡਰੀਨਲ ਮੈਡੂਲਾ ਹੈ ਜਿਹੜਾ ਉਹਦੇ ਵਿੱਚ ਕੀ ਹੋਏਗਾ ਜੋ ਕਿ ਕਿਡਨੀਜ਼ ਦੇ ਉੱਪਰ ਗਲੈਂਡ ਪ੍ਰੈਜ਼ੈਂਟ ਹੁੰਦਾ ਹੈ ਐਡਰੀਨਲ ਮੈਡੂਲਾ ਉਹਦੇ ਨਾਲ ਕੀ ਹੋਏਗਾ adrenaline and noradrenaline secreted in the blood ਜੋ adrenaline noradrenaline ਦੀ ਅਮਾਉਂਟ ਹੈ ਇਹ ਨਿਊਰੋਟ੍ਰਾਂਸਮਿਟਰਸ ਦੇ ਅੰਦਰ ਆਉਂਦੇ ਨੇ ਇਹਨਾਂ ਦੀ ਜੋ ਅਮਾਉਂਟ ਹੈ ਬਲੱਡ ਦੇ ਵਿੱਚ ਸਕ੍ਰੀਟ ਹੋਣੀ ਸਟਾਰਟ ਹੋ ਗਈ ਵੱਧ ਜਾਣਗੇ then large and small intestine ਦੇ ਵਿੱਚ ਕੀ ਹੋਏਗਾ ਪੈਰਾਸਟਾਲਸਿਸ ਘਟ ਜਾਣਗੇ ਸਫਿੰਕਟਰਸ ਕਲੋਜ਼ ਹੋ ਜਾਣਗੇ ਕਿਡਨੀਜ਼ ਦੇ ਵਿੱਚ ਕੀ ਹੋਏਗਾ ਯੂਰਿਨ ਸਕ੍ਰੀਸ਼ਨ ਘਟ ਜਾਏਗੀ then bladder ਦੇ ਵਿੱਚ smooth muscle wall relaxed sphincters closed ਜੋ smooth muscles ਨੇ ਬਿਲਕੁਲ relax ਹੋ ਜਾਣੇ ਨੇ ਤੇ sphincters ਕੀ ਹੈ close ਹੋ ਜਾਣੇ ਨੇ sex organs and the genitalia generally vasoconstriction ਇਹਨਾਂ ਦੇ ਵਿੱਚ ਕੀ ਆਪਣੇ ਕੋਲ vasoconstriction ਹੋਏਗੀ ਜੋ sex organs and genitalia ਇਹਦੇ ਵਿੱਚ ਆਪਣੇ ਕੋਲ vasoconstriction ਹੁੰਦੀ ਹੈ ਸੋ ਇਹ ਕੁਝ organs ਸੀਗੇ body ਦੇ ਤੇ ਇਹਨਾਂ ਦੇ ਕੁਝ functions ਸੀਗੇ ਜੋ ਕਿ ਹਨ ਸਾਡੇ sympathetic control ਦੇ ਅੰਡਰ sympathetic control ਦੇ ਹੋਣ ਦੇ ਨਾਲ sympathetic response ਦੇ ਆਉਣ ਦੇ ਨਾਲ ਜੋ ਇਹ ਵਾਲੇ organs ਨੇ ਇਹ ਵਾਲੀਆਂ activities show ਕਰਨਗੇ So next one is the parasympathetic nervous system. So it will be opposite to the sympathetic nervous system. जो चीजें sympathetic ਵਿੱਚ ਹੋ ਰਹੀਆਂ ਸੀ ਉਹ ਬਿਲਕੁਲ opposite ਹੋ ਜਾਣੀਆਂ vice versa ਹੋ ਜਾਣੀਆਂ parasympathetic nervous system ਦੇ ਵਿੱਚ. So parasympathetic stimulation has a tendency to slow down the body processes. ਕਿਉਂਕਿ sympathetic ਜੋ ਸੀ ਉਹ ਕੀ ਕਰ ਰਿਹਾ ਸੀ fight and flight ਦੀ condition arise ਕਰ ਰਿਹਾ ਸੀ but ਇੱਥੇ ਕੀ ਹੋ ਰਿਹਾ opposite ਹੋ ਰਿਹਾ ਹੈ ਇੱਥੇ ਆਪਣੇ ਕੋਲ slow down ਹੋ ਰਹੀਆਂ ਨੇ body processes except ਲੇਕਿਨ
digestion and absorption of the food and the functions of the genitoury urinary system ਨੂੰ ਛੱਡ ਕੇ ਜੋ digestion ਹੈ ਆਪਣੇ ਕੋਲੋਂ ਵਧੇਗੀ absorption ਵੀ ਵਧੇਗੀ genito urinary system ਦੇ ਜੋ functions ਨੇ ਉਹ ਵੀ increase ਹੋਣਗੇ slow down ਨਹੀਂ ਹੋਣਗੇ ਤੇ ਇੱਥੇ ਕੀ ਹੋਏਗਾ ਆਪਣੇ ਕੋਲ ਵੈਸੇ ਤਾਂ ਸਾਰੀਆਂ body ਦੀਆਂ processes ਸਾਰੇ systems ਕੀ ਨੇ ਆਪਣੇ ਕੋਲ slow down ਕਰ ਦੇਣਗੇ ਆਪਣੀ functionings ਲੇਕਿਨ GI system ਦੇ ਵਿੱਚ digestion ਤੇ absorption and GU system ਦੇ ਵਿੱਚ ਉਹਨਾਂ ਦੀ functioning ਕੀ ਹੈ increase ਹੋਏਗੀ Its general effect is that of a peacemaker, allowing processes to occur quietly and peacefully. ਇਹਦਾ general effect overall ਅਸੀਂ ਕਹਿ ਸਕਦੇ ਹਾਂ ਕਿ ਇਹਦਾ effect ਕੀ ਹੈ peacemaker ਇਹ ਸ਼ਾਂਤਮਈ ਢੰਗ ਦੇ ਨਾਲ ਕੰਮ ਕਰਦਾ ਹੈ ਮਤਲਬ organs ਨੂੰ ਇਹ order ਕਰਦਾ ਹੈ ਕਿ ਉਹਨਾਂ ਨੇ quietly and peacefully work ਕਰਨਾ ਹੈ ਕੋਈ ਵੀ hodgepodge ਕੰਮ ਨਹੀਂ ਕਰਨਾ ਹੈ and ਕੋਈ ਵੀ fight and flight ਵਾਲੀ condition arise ਨਹੀਂ ਕਰਨੀ ਹੈ ਮਤਲਬ ਜੋ ਪੈਰਾਸਿੰਪੈਥੈਟਿਕ ਰਿਸਪੌਂਸ ਹੈ ਇੱਕ ਤਰ੍ਹਾਂ ਨਾਲ ਸਾਡੇ ਆਰਗਨਸ ਨੂੰ ਆਰਡਰ ਕਰ ਰਿਹਾ ਹੈ ਕਿ ਉਹਨਾਂ ਨੇ ਪੀਸਫੁਲੀ ਕੰਮ ਕਰਨਾ ਹੈ ਸੋ ਇਟ ਇਜ਼ ਅ ਪੀਸਮੇਕਰ so these are the systems and these are their functions these will be like opposite to the sympathetic responses so iris muscles ਇਹਦੇ ਵਿੱਚ ਕੀ ਆਪਣੇ ਕੋਲ constrict ਹੋ ਰਹੀ ਹੈ pupil is going to constricted and the iris muscles are going to contracted opposite ਹੋ ਰਿਹਾ ਹੈ ਬਿਲਕੁਲ to the sympathetic response lacrimal glands ਕੀ ਕਰਨਗੇ tear secretion increase ਕਰ ਦੇਣਗੇ salivary glands three of them submandibular sublingual parotid glands so these are going to increase the secretions of the saliva so saliva secretions increase ਕਰਨਗੇ then heart ਦੇ ਵਿੱਚ ਕੀ ਹੋਏਗਾ ਉੱਥੇ activities increase ਹੋ ਰਹੀਆਂ ਸੀ ਇੱਥੇ contraction ਹੋਏਗੀ and activities decrease ਹੋ ਜਾਣਗੀਆਂ coronary arteries ਦੇ ਵਿੱਚ vasodilation ਹੋ ਰਹੀ ਸੀ ਇੱਥੇ vasoconstriction trachea and bronchi ਦੇ ਵਿੱਚ bronchodilation ਹੋ ਰਹੀ ਸੀ ਇੱਥੇ constriction ਹੋ ਰਹੀ ਹੈ stomach ਦੀਆਂ activities ਆਪਣੇ ਕੋਲ decrease ਹੋ ਰਹੀਆਂ ਸੀ but ਇੱਥੇ ਕੀ ਆਪਣੇ ਕੋਲ increase ਹੋ ਰਹੀਆਂ so then small intestine ਦੇ ਵਿੱਚ digestion and absorption ਉੱਥੇ decrease ਹੋ ਰਹੀ ਸੀ ਇੱਥੇ ਆਪਣੇ ਕੋਲ increase ਹੋ ਰਹੀ ਹੈ liver and gall bladder ਦੇ ਵਿੱਚ blood vessels dilate ਹੋ ਰਹੀਆਂ ਨੇ secretions ਨੇ ਜੋ bile ਦੀਆਂ increase ਹੋ ਰਹੀਆਂ ਨੇ pancreas ਦੇ ਵਿੱਚ secretion of the pancreatic juice is getting increased kidneys ਦੇ ਵਿੱਚ urine secretion ਉੱਥੇ ਘਟ ਰਹੀ ਸੀ ਇੱਥੇ ਵੱਧ ਰਹੀ ਹੈ increase ਹੋ ਰਹੀ ਹੈ small intestine ਦੇ ਵਿੱਚ secretion of the intestinal juice and the peristalsis is going to increase the large intestine ਦੇ ਵਿੱਚ secretion and the peristalsis going increases sphincters will be relaxed ਉੱਥੇ close ਹੋ ਰਹੇ ਸੀਗੇ sphincters ਇੱਥੇ ਆਪਣੇ ਕੋਲ sphincters relax ਹੋ ਰਹੇ ਨੇ ਉੱਥੇ peristalsis ਘਟ ਰਹੀਆਂ ਸੀ ਇੱਥੇ peristalsis ਵੱਧ ਰਹੀਆਂ ਨੇ bladder ਦੇ ਵਿੱਚ ਕੀ ਹੋਏਗਾ muscle of the wall contracted sphincters relaxed so bladder ਦੇ ਵਿੱਚ ਆਪਣੇ ਕੋਲ ਜੋ ਮਸਲਸ ਨੇ ਸਮੂਥ ਮਸਲਸ ਨੇ ਕੰਟਰੈਕਟ ਹੋ ਰਹੇ ਨੇ ਉੱਥੇ ਰਿਲੈਕਸ ਹੋ ਰਹੇ ਸੀ ਇੱਥੇ ਸਫਿੰਕਟਰਸ ਰਿਲੈਕਸ ਹੋ ਰਹੇ ਨੇ ਉੱਥੇ ਕਲੋਜ਼ ਹੋ ਰਹੇ ਸੀਗੇ ਸੈਕਸ ਆਰਗਨਸ ਐਂਡ ਜੈਨੀਟੇਲੀਆ ਦੇ ਵਿੱਚ ਮੇਲਸ ਦੇ ਵਿੱਚ ਇਰੈਕਸ਼ਨ ਹੋਏਗੀ erection of the penis will be there then females ਦੇ ਵਿੱਚ variable depending on the stage in the cycle so menstrual cycle ਦੀ stages ਉੱਤੇ depend ਕਰਦਾ ਹੈ ਕਿ relaxation ਹੋਣੀ ਹੈ ਜਾਂ ਫਿਰ constriction ਹੋਣੀ ਹੈ so next one is the pain so first one is the visceral pain it occurs in the pelvis abdomen chest or the intestine जो visceral pain है taking place in various organs including pelvis abdomen chest and intestine so ਇਹ ਕੁਝ organs ਨੇ ਜਿਨ੍ਹਾਂ ਦੇ ਵਿੱਚ ਜੋ pain aggregate ਹੁੰਦੀ ਹੈ ਉਹ ਆਪਾਂ visceral pain ਦਾ ਨਾਮ ਦਿੰਦੇ ਹਾਂ because these are some of the organs so ਜੋ ਇਹ pain ਹੁੰਦੀ ਹੈ this is a vague pain and not well understood ਜੋ ਵਿਸਰਲ ਪੇਨ ਹੁੰਦੀ ਹੈ ਉਹ ਇੱਕ ਵੇਗ ਪੇਨ ਹੁੰਦੀ ਹੈ ਉਹ ਇੱਕ ਫਾਲਸ ਪੇਨ ਦੀ ਤਰ੍ਹਾਂ ਹੁੰਦੀ ਹੈ ਲੇਕਿਨ ਇਹਨੂੰ ਕੀ ਹੈ ਅਸੀਂ ਐਗਜ਼ੈਕਟਲੀ ਲੋਕਲਾਈਜ਼ ਨਹੀਂ ਕਰ ਸਕਦੇ ਹੈਗੇ ਕਿ ਇਹ ਕਿੱਥੇ ਹੈ ਪੇਨ ਕਿੱਥੇ ਹੋ ਰਹੀ ਹੈ ਅਸੀਂ ਉਹ ਪੁਆਇੰਟ ਪਿਨ ਪੁਆਇੰਟ ਦੱਸ ਨਹੀਂ ਸਕਦੇ ਹੈਗੇ ਕਿ ਇਹ ਸਾਡਾ ਏਰੀਆ ਹੈ ਬੋਡੀ ਪਾਰਟ ਹੈ ਜਿੱਥੇ ਕਿ ਇਹ ਵਾਲੀ ਪੇਨ ਹੋ ਰਹੀ ਹੈ ਸੋ ਸਾਨੂੰ ਸਰਾਊਂਡਿੰਗ ਏਰੀਆ ਦੇ ਵਿੱਚ ਇਹ ਪੇਨ ਕੀ ਹੈ ਫੀਲ ਹੋਏਗੀ ਹਾਊਐਵਰ ਅ ਸੈਂਸੇਸ਼ਨ ਆਫ ਡਲ poorly located pain is experienced when visceral nerves are stretched so ਇਹਦੇ ਵਿੱਚ ਕੀ ਆ ਡਲ ਪੇਨ ਹੋਏਗੀ ਪੂਅਰਲੀ ਲੋਕੇਟਡ ਹੋਏਗੀ ਜਿਹਨੂੰ ਅਸੀਂ ਪੂਰੀ ਤਰ੍ਹਾਂ ਨਾਲ ਲੋਕੇਟ ਕਰਕੇ ਨਹੀਂ ਦੱਸ ਸਕਦੇ ਕਿ ਐਗਜ਼ੈਕਟਲੀ ਸਾਡੇ ਕਿਹੜੇ ਏਰੀਆ ਦੇ ਵਿੱਚ ਪੇਨ ਹੋ ਰਹੀ ਹੈ ਐਂਡ ਇਹਦੇ ਵਿੱਚ ਇਹ ਪੇਨ ਹੁੰਦੀ ਕਾਤੇ ਹੈ ਬਿਕੋਜ਼ ਵਿਸਰਲ ਨਰਵਸ ਮਤਲਬ ਉਹ ਸਪੈਸੀਫਿਕ ਆਰਗਨ ਨੂੰ ਜਾਣ ਵਾਲੀਆਂ ਜੋ ਨਰਵਸ ਨੇ ਜਦੋਂ ਸਟ੍ਰੈਚ ਹੋ ਜਾਂਦੀ ਹੈ ਸਟ੍ਰੈਚ ਹੋ ਜਾਂਦੀਆਂ ਨੇ ਤਾਂ ਸਟ੍ਰੈਚ ਰਿਫਲੈਕਸ ਅਰਾਈਜ਼ ਹੁੰਦਾ ਹੈ ਉੱਥੇ ਜਿਹਦੇ ਕਰਕੇ ਇਹ ਵਾਲੀ ਪੇਨ ਹੁੰਦੀ ਹੈ ਸੋ ਦਿਸ ਇਜ਼ ਦ ਵਿਸਰਲ ਪੇਨ originating in these special organs so next pain is the referred pain referred pain ਹੁੰਦੀ ਹੈ in some cases of the visceral disease the pain may be perceived to occur in the superficial tissues that is referred pain so ਕੁਝ disease conditions ਐਦਾਂ ਦੀਆਂ ਹੁੰਦੀਆਂ ਨੇ ਕੁਝ organ disease conditions ਹੁੰਦੀਆਂ ਨੇ like ਕੋਈ ਵੀ organ ਹੈ ਉਹਦੀ ਜੋ disease condition ਹੈ ਉਹਦੇ ਕਰਕੇ ਉਸ organ ਦੇ ਵਿੱਚ ਅਗਰ pain ਹੋ ਰਹੀ ਹੈ then ਉਹ ਜੋ pain ਹੈ
ਉਹ ਆਰਗਨ ਦੇ ਉੱਤੇ ਨਹੀਂ ਹੋਏਗੀ, ਉਹ ਹੋਏਗੀ ਆਪਣੇ ਸੁਪਰਫਿਸ਼ੀਅਲ ਟਿਸ਼ੂਜ਼ ਦੇ ਉੱਤੇ, ਲਾਈਕ ਉਹਦੇ ਨਾਲ ਲੱਗਦੇ ਟਿਸ਼ੂਜ਼ ਦੇ ਉੱਤੇ ਹੋਏਗੀ, ਬਟ ਐਗਜ਼ੈਕਟਲੀ ਉਹ ਆਰਗਨ ਦੇ ਵਿੱਚੋਂ ਪੇਨ ਨਹੀਂ ਹੋਏਗੀ, ਉਹਨੂੰ ਅਸੀਂ ਰੈਫਰਡ ਪੇਨ ਬੋਲਦੇ ਹਾਂ। ਫॉर एग्जांपल ਇੰਜਰਡ ਪੈਨਕ੍ਰੀਆਸ ਕੁਡ ਬੀ ਕਾਜ਼ਿੰਗ ਪੇਨ ਇਨ ਯਰ ਬੈਕ। ਜੇ ਅਗਰ ਪੈਨਕ੍ਰੀਆਸ ਦੇ ਵਿੱਚ ਕਿਸੇ ਤਰ੍ਹਾਂ ਦੀ ਇੰਜਰੀ ਹੋਈ ਹੈ, ਕਿਸੇ ਤਰ੍ਹਾਂ ਦੀ ਸੱਟ ਲੱਗੀ ਹੈ, ਤਾਂ ਐਗਜ਼ੈਕਟਲੀ ਅਸੀਂ ਪੈਨਕ੍ਰੀਆਸ ਉੱਤੇ ਨਹੀਂ ਦੱਸ ਸਕਦੇ ਕਿ ਸਾਡਾ ਪੈਨਕ੍ਰੀਆਸ ਇੰਜਰਡ ਹੈ, ਸਾਡੇ ਪੈਨਕ੍ਰੀਆਸ ਦੇ ਵਿੱਚ ਪੇਨ ਹੋਈ ਹੈ। ਵੀ ਵਿਲ ਲੋਕੇਟ ਦਾ ਪੇਨ ਇਨ ਦਾ ਬੈਕ। ਸੋ ਅਸੀਂ ਕੀ ਸਾਈਨ ਐਂਡ ਸਿੰਪਟਮ ਸ਼ੋ ਕਰਾਂਗੇ ਜਿੱਦਾਂ ਕਿ ਸਾਡੀ ਬੈਕ ਦੇ ਵਿੱਚ ਪੇਨ ਹੋ ਰਹੀ ਹੁੰਦੀ ਹੈ। ਸੋ ਦਿਸ ਇਜ਼ ਦਾ ਰੈਫਰਡ ਪੇਨ। So next one is the effects of the poison on the central nervous system. So ਜੇ ਅਗਰ poison ਹੈ ਜੋ ਕੋਈ engulf ਕਰ ਲੈਂਦਾ ਹੈ, ਕੋਈ ingest ਕਰ ਲੈਂਦਾ ਹੈ, ਤਾਂ ਉਹਦਾ ਸਾਡੇ central nervous system ਉੱਤੇ ਕੀ ਅਸਰ ਹੋਏਗਾ? Many chemical substances encountered either as drugs or in the environment may damage the nervous system. So ਕੋਈ ਵੀ chemical substances ਨੇ, ਚਾਹੇ ਉਹ environment ਦੇ ਵਿੱਚ present ਨੇ, ਚਾਹੇ ਉਹ ਸਾਡੀਆਂ drugs ਦੇ ਵਿੱਚ chemicals ਦੀ ਤਰ੍ਹਾਂ present ਨੇ, ਉਹ ਕੀ ਹਾਰਮ ਕਰਨ, ਉਹ ਕੀ ਇਫੈਕਟ ਪਾਉਣ ਜਾ ਰਹੀਆਂ ਨੇ ਸਾਡੇ ਨਰਵਸ ਸਿਸਟਮ ਦੇ ਉੱਤੇ, ਉਹ ਡਾਇਰੈਕਟਲੀ ਗੋਇੰਗ ਟੂ ਡੈਮੇਜ ਆਰ ਨਰਵਸ ਸਿਸਟਮ, ਸਾਡੇ ਨਰਵਸ ਸਿਸਟਮ ਨੂੰ ਬਿਲਕੁਲ ਕੀ ਹੈ, ਡੈਮੇਜ ਕਰ ਦੇਣਗੇ। ਨਿਊਰੋਨ ਮੈਟਾਬੋਲਿਜ਼ਮ ਮੇ ਬੀ ਡਿਸਟਰਬ। ਕਿਉਂ ਕਰਨਗੀਆਂ ਸਾਡੇ ਨਰਵਸ ਸਿਸਟਮ ਨੂੰ ਡੈਮੇਜ? ਕਿਉਂਕਿ ਜੋ ਨਿਊਰੋਨਸ ਨੇ, ਨਰਵਸ ਸਿਸਟਮ ਨਿਊਰੋਨਸ ਬੇਸਿਕ ਯੂਨਿਟ ਹੈ ਉਹਦੀ ਨਿਊਰੋਨ। ਸੋ ਨਿਊਰੋਨਸ ਦਾ ਜਦੋਂ ਮੈਟਾਬੋਲਿਜ਼ਮ ਹੀ ਡਿਸਟੋਰਟਡ ਹੋਣਾ ਹੈ, ਡਿਸਟਰਬ ਹੋ ਜਾਣਾ ਹੈ ਡਾਇਰੈਕਟਲੀ, ਆਰ ਰਿਜ਼ਲਟ ਫਰੋਮ ਡੈਮੇਜ ਟੂ ਦ ਅਦਰ ਆਰਗਨਸ, ਫॉर एग्जांपल ਲੀਵਰ, ਕਿਡਨੀਜ਼, ਜਾਂ ਫਿਰ ਕੋਈ ਵੀ ਆਰਗਨਸ ਨੇ ਜਿਨ੍ਹਾਂ ਉੱਤੇ ਉਸ ਡਰਗ ਦਾ ਜਾ ਕੇ ਅਸਰ ਪੈ ਰਿਹਾ ਹੈ, ਉਸ ਕੈਮੀਕਲ ਦਾ ਜਾ ਕੇ ਅਸਰ ਪੈ ਰਿਹਾ, ਸਚ ਐਸ ਲੀਵਰ ਦੇ ਉੱਤੇ, ਕਿਡਨੀਜ਼ ਦੇ ਉੱਤੇ, ਉਹ ਡੈਮੇਜ ਹੋ ਰਹੇ ਨੇ। ਉਹਨਾਂ ਦੇ ਡੈਮੇਜ ਹੋਣ ਦੇ ਕਰਕੇ ਸਾਡੇ ਉੱਥੇ ਨਿਊਰੋਨਸ ਡੈਮੇਜ ਹੋ ਰਹੇ ਨੇ। ਹੌਲੀ ਹੌਲੀ ਉਹ ਚੀਜ਼ ਮਾਈਗ੍ਰੇਟ ਕਰ ਰਹੀ ਹੈ ਟੂਵਰਡ ਆਰ ਸੈਂਟਰਲ ਨਰਵਸ ਸਿਸਟਮ। ਜਦੋਂ ਸੈਂਟਰਲ ਨਰਵਸ ਸਿਸਟਮ ਦੇ ਨਿਊਰੋਨਸ ਡੈਮੇਜ ਹੋਣੇ ਸਟਾਰਟ ਹੋ ਗਏ ਤਾਂ ਓਵਰਆਲ ਬਾਡੀ ਸਾਡੀ ਕੀ ਹੈ, ਪੈਰਾਲਾਈਜ਼ਡ ਹੋ ਸਕਦੀ ਹੈ ਪੋਇਜ਼ਨ ਦੇ ਇਫੈਕਟ ਦੇ ਕਰਕੇ। ਇਨਡਾਇਰੈਕਟਲੀ ਵੀ ਕੈਨ ਸੇ ਕਿ ਜੋ ਨਿਊਰੋਨਸ ਨੇ ਸਾਡੇ, ਦੇ ਆਰ ਗੋਇੰਗ ਟੂ ਗੈਟ ਡੈਮੇਜਡ with the effect of the poisons or various chemicals. So next one structure that I'm going to discuss is about the spinal cord. So this is another important part of the nervous system. The spinal cord is the elongated, almost cylindrical part of the central nervous system. ਇਹ ਆਂਦੀ ਹੈ ਆਪਣੇ central nervous system ਦਾ ਹੀ part ਹੁੰਦੀ ਹੈ, because of which ਦੋ ਆਂਦੇ ਨੇ, ਇੱਕ brain, ਇੱਕ spinal cord. Brain we have already discussed about, and second one is the spinal cord. ਇਹ spinal cord ਕੀ ਇੱਕ elongated structure ਹੁੰਦੀ ਹੈ ਜੋ ਕਿ cylinder type ਹੁੰਦੀ ਹੈ, cylindrical structure ਹੁੰਦੀ ਹੈ, central nervous system ਦਾ part ਹੁੰਦੀ ਹੈ ਜੋ ਕਿ which is suspended in the vertebral canal surrounded by the meninges and CSF, that is the cerebrospinal fluid. So जो spinal cord ਹੁੰਦੀ ਹੈ ਇਹ ਸਾਡੇ vertebral canal ਦੇ ਵਿੱਚ ਕੀ ਹੈ, hang out ਹੁੰਦੀ ਹੈ, ਮਤਲਬ hang ਹੁੰਦੀ ਹੈ, ਇਸ ਦੇ surrounding vertebrae present ਹੁੰਦੇ ਨੇ, bony structures present ਹੁੰਦੀਆਂ ਨੇ, ਉਹਨਾਂ ਦੇ ਨਾਲ ਹੀ ਘਿਰੀ ਹੁੰਦੀ ਹੈ। ਐਂਡ ਬੋਨੀ ਸਟਰਕਚਰਸ ਦੇ ਨਾਲ ਨਾਲ ਇੱਥੇ ਕੀ ਕੁਝ ਲੇਅਰਸ ਵੀ ਪ੍ਰੈਜ਼ੈਂਟ ਹੁੰਦੀਆਂ ਨੇ ਜੋ ਕਿ ਇਹਨੂੰ ਪ੍ਰੋਟੈਕਟ ਕਰਨ ਦਾ ਕੰਮ ਕਰਦੀਆਂ ਨੇ, ਦੈਟ ਆਰ ਦ ਪ੍ਰੋਟੈਕਟਿਵ ਕਵਰਿੰਗਸ ਐਂਡ ਨੋਨ ਐਸ meninges। ਉਹਨਾਂ ਨੂੰ ਅਸੀਂ meninges ਕਹਿੰਦੇ ਆ। ਐਂਡ ਉਹਨਾਂ ਦੇ ਵਿੱਚ ਇੱਕ ਸਪੈਸ਼ਲਾਈਜ਼ਡ ਫਲੂਇਡ ਫਲੋ ਕਰਦਾ ਹੈ, ਦੈਟ ਇਜ਼ ਨੋਨ ਐਸ CSF ਐਂਡ ਦ ਸੈਰੀਬਰੋਸਪਾਈਨਲ ਫਲੂਇਡ, ਜੋ ਕਿ ਇੱਕ ਸ਼ੌਕ ਐਬਜ਼ੌਰਬੈਂਟ ਦਾ ਕੰਮ ਕਰਦਾ ਹੈ। ਨੈਕਸਟ ਵਨ, ਇਟ ਇਜ਼ ਕੰਟੀਨਿਊਸ ਅਬਵ with the medulla oblongata and extends from the upper border of the atlas to the lower border of the first lumbar vertebra. So this is the important thing. So ਇਹਦੇ ਵਿੱਚ ਕੀ ਹੈ, ਇਹ ਕੰਟੀਨਿਊ ਹੁੰਦੀ ਹੈ, ਮੈਡੂਲਾ ਓਬਲੋਂਗੇਟਾ ਤੋਂ ਸਟਾਰਟ ਹੁੰਦੀ ਹੈ, ਬ੍ਰੇਨ ਦਾ ਪਾਰਟ ਹੈ ਜੋ ਕਿ ਮੈਡੂਲਾ ਓਬਲੋਂਗੇਟਾ ਲੋਐਸਟ ਪਾਰਟ, ਉਸ ਤੋਂ ਨੀਚੇ ਸਪਾਈਨਲ ਕਾਰਡ ਸਟਾਰਟ ਹੋ ਜਾਂਦੀ ਹੈ। ਐਂਡ ਜੇਕਰ ਬੋਨੀ ਸਟਰਕਚਰ ਦੀ ਗੱਲ ਕਰੀਏ ਤਾਂ ਉਹਦੇ ਜੋ ਫਰਸਟ ਵਰਟੀਬਰਾਸ ਨੇ, ਦੈਟ ਆਰ ਨੋਨ ਐਸ ਐਟਲਸ। तो जो फर्स्ट वर्टिब्रा है ਉਹਨੂੰ ਐਟਲਸ ਕਹਿੰਦੇ ਆ, ਤਾਂ ਐਟਲਸ ਤੋਂ ਲੈ ਕੇ ਲੰਬਰ ਵਰਟੀਬਰਾ, ਫਰਸਟ ਲੰਬਰ ਵਰਟੀਬਰਾ ਤੱਕ ਕੀ ਹੈ ਇਹ ਸਪਾਈਨਲ ਕਾਰਡ ਐਕਸਟੈਂਡ ਹੁੰਦੀ ਹੈ। ਐਟਲਸ ਤੋਂ ਲੈ ਕੇ ਫਰਸਟ ਲੰਬਰ ਵਰਟੀਬਰਾ ਤੱਕ ਇਹਦੀ ਲੈਂਥ ਹੁੰਦੀ ਹੈ, and it's approximately 45 centimeter long and is about the thickness of the little finger. So 45 centimeter ਜਿਹੜੀ ਇਹਦੀ ਲੈਂਥ ਹੁੰਦੀ ਹੈ, ਇੰਨੀ ਲੌਂਗ ਹੁੰਦੀ ਹੈ, ਐਂਡ ਜੋ ਸਾਡੀ ਲਿਟਲ ਫਿੰਗਰ ਹੈ ਇੰਨੀ ਹੀ ਇਹਦੀ thickness ਹੁੰਦੀ ਹੈ। So this is the spinal cord, and these are some of the meninges. These are the like 3 meninges and the protective coverings of this. So outermost is the dura mater, under this arachnoid matter, under this the pia mater, and this is the spinal cord. Surrounding these layers will be presence of the vertebral column, and that is the bony portion. So these are the vertebrae. So this is the spinal cord ending up to the first lumbar vertebra. So the spinal cord is divided into two equal parts. जो spinal cord है दो equal parts which divide होती है, anterior and posterior.
So anteriorly by a short shallow median fissure, anteriorly जो ये divide ਹੁੰਦੀ है, so ਇਹ divide ਹੁੰਦੀ ਹੈ by, so this is the anterior portion, so anteriorly ਇਹ divide ਹੁੰਦੀ ਹੈ anterior median fissure ਦੀ help ਦੇ ਨਾਲ, so this is the anterior median fissure, so ਇਹ जो line type दिखाई दे रहा है, and posteriorly by a deep narrow septum, the posterior median septum, so ਪਿੱਛੇ ਵਾਲੀ side ਤੇ posterior ਵਾਲੀ side ਤੇ ਇਹ divide ਹੁੰਦੀ ਹੈ with the help of deep narrow septum, this one, so that is known as posterior median septum, posterior median septum. So it is composed of gray matter and in the center surrounded by the white matter. So ਇਹਦੇ ਵਿੱਚ ਕੀ ਹੁੰਦਾ ਹੈ ਆਪਣੇ gray matter ਹੁੰਦਾ ਹੈ and white matter ਇਹਦੇ surrounding ਹੁੰਦਾ ਹੈ, ਬਿਲਕੁਲ opposite ਹੁੰਦਾ ਹੈ from the brain, because brain ਦੇ surrounding surface ਉੱਤੇ ਹੁੰਦਾ ਹੈ gray matter, center ਦੇ ਵਿੱਚ white ਹੁੰਦਾ ਹੈ, ਇਹਦੇ ਵਿੱਚ opposite ਹੁੰਦਾ ਹੈ, gray matter is in the center but the white matter is in the periphery area. So this is the gray matter जो आज shape बना रहे हैं, so ਇਹਦੇ surrounding ये white color ਦਾ जो है, this is the white matter. So the arrangement of the gray matter in the spinal cord resembles the shape of the letter H, having two posterior, two anterior and two lateral columns. So जो gray matter ਹੁੰਦਾ है, ਇਹਦੀ shape ਬਿਲਕੁਲ English ਦੇ alphabet ਦੀ ਤਰ੍ਹਾਂ ਹੁੰਦੀ ਹੈ, that is H. So you can see here, so it's making the H. ਇਹ ਸਾਰਾ gray matter ਹੈ ਜੋ H ਬਣਾ ਰਿਹਾ ਹੈ. And it three parts which divide ਹੁੰਦਾ ਹੈ anterior, posterior and lateral. So ਇਹਦੇ ਦੋ anterior horns ਹੁੰਦੇ ਨੇ, ਦੋ ਇਹਦੇ posterior horns ਹੁੰਦੇ ਨੇ and ਦੋ ਇਹਦੇ ਹੁੰਦੇ ਨੇ lateral horns. And the area of the gray matter lying transversely is the transverse commissure and it is pulsed by the central canal containing the CSF or the cerebrospinal fluid. So ਇਹ ਜੋ ਹੁੰਦੀ ਹੈ ਆਪਣੇ ਕੋਲ ਜੋ gray matter ਹੈ, ਇਹਦੇ center ਦੇ ਵਿੱਚ ਇਹਨਾਂ ਦੋ horns ਨੂੰ ਜੋੜਨ ਵਾਲਾ ਇੱਕ ਕੈਨਾਲ ਪ੍ਰੈਜ਼ੈਂਟ ਹੁੰਦਾ ਹੈ, ਇਹਨੂੰ ਆਪਾਂ ਕੀ ਬੋਲਦੇ ਹਾਂ ਟ੍ਰਾਂਸਵਰਸ ਕਮਿਸ਼ਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ. ਸੋ ਦਿਸ ਇਜ਼ ਦਾ ਟ੍ਰਾਂਸਵਰਸ ਕਮਿਸ਼ਰ. ਇਹ ਸਾਰਾ ਇਹਦੇ ਸੈਂਟਰ ਦੇ ਵਿੱਚ ਇੱਕ ਹੋਲ ਪ੍ਰੈਜ਼ੈਂਟ ਹੁੰਦੀ ਹੈ, ਸੋ ਇਟਸ ਪਰਸਡ ਫਰਮ ਦ ਸੈਂਟਰ. ਇਹ ਹੋਲ ਜੋ ਹੈ ਇਹਨੂੰ ਕੀ ਬੋਲਦੇ ਆ ਸੈਂਟਰਲ ਕੈਨਾਲ ਬੋਲਦੇ ਆ, ਐਂਡ ਇਹਦਾ ਕੰਮ ਕੀ ਹੁੰਦਾ ਇਹਦੇ ਵਿੱਚ ਸੈਰੀਬਰੋਸਪਾਈਨਲ ਫਲੂਇਡ ਫਲੋ ਕਰਦਾ ਹੈ. ਸੋ ਦਿਸ ਇਜ਼ ਦਾ ਗ੍ਰੇ ਮੈਟਰ. So these are the anterior horns, these are the posterior horns, these are the lateral horns, this is the transverse commissure जो एक bridge like structure present है. Transverse commissure ਦੇ center ਦੇ ਵਿੱਚ ਆਪਣੇ ਕੋਲ ਇੱਕ pursed like hole present ਹੈ, ਇੱਕ canal type structure present ਹੈ ਜਿਹਨੂੰ ਅਸੀਂ central canal ਦਾ ਨਾਮ ਦਿੰਦੇ ਹਾਂ, ਜਿਹਦੇ center ਦੇ ਵਿੱਚ ਕੀ flow ਕਰਦਾ ਹੈ cerebrospinal fluid. So next going to discuss about the columns of the gray matter. First one is the posterior columns of the gray matter. These are composed of the cell bodies which are stimulated by the sensory impulses. So जो posterior columns ने एक ये cell bodies इन्ना दे विच दी pass out ਹੁੰਦੀਆਂ ਨੇ, इन्ना दे बने ਹੁੰਦੇ ਨੇ, मतलब इन्ना दे विच दी pass out ਹੁੰਦੀਆਂ ਨੇ, cell bodies ਦੇ बने ਹੁੰਦੇ ਨੇ. So which are stimulated by the sensory impulses. So ਜਿਹੜੀਆਂ sensory impulses ਨੇ ਕਿਸੇ ਵੀ organ ਤੋਂ ਆਉਣ ਵਾਲੀਆਂ ਉਹ pass out ਹੁੰਦੀਆਂ ਨੇ posterior gray horn ਦੇ through of the spinal cord. So because ਜਿਹੜਾ gray matter ਹੈ cell bodies ਦਾ ਬਣਿਆ ਹੁੰਦਾ ਹੈ, so ਜਿਹੜੀਆਂ cell bodies ਨੇ ਇਹਨਾਂ ਦੇ ਵਿੱਚ ਦੀ ਕਿਹੜੀਆਂ impulses pass out ਹੁੰਦੀਆਂ ਨੇ sensory impulses which are coming from the affected organ, ਜੋ ਕਿ organ ਤੋਂ ਆ ਰਹੀਆਂ and are transmitting these impulses upward to the brain. So ਇੱਥੋਂ ਇਹ ਜਾਂਦੀਆਂ ਨੇ, ਇਹ ਵਾਲੀਆਂ impulses ਇੱਥੋਂ pass ਹੋ ਕੇ ਜਾਂਦੀਆਂ ਨੇ upward toward the brain. So next one is the anterior columns of the gray matter. So these are composed of the cell bodies of the lower motor neurons. क्योंकि दो तरह के neurons ਹੁੰਦੇ ਨੇ, ਇੱਕ upper motor neurons ਹੁੰਦੇ ਨੇ, ਇੱਕ lower motor neurons ਹੁੰਦੇ ਨੇ. So ਇਹਦੇ ਵਿੱਚ ਤੇ ਆਪਣੇ ਕੋਲ pass out ਹੋ ਰਹੀਆਂ ਸੀ sensory impulses, sensory neurons. So ਇਹਦੇ ਵਿੱਚ ਇਹ ਵੀ cell bodies ਦਾ ਹੀ ਬਣਿਆ ਹੁੰਦਾ ਹੈ, ਲੇਕਿਨ ਇਹ ਬਣਿਆ ਹੁੰਦਾ ਹੈ motor neuron ਦੀਆਂ cell bodies ਦਾ, and ਇਹਦੇ ਵਿੱਚ ਦੀ pass out ਹੁੰਦੇ ਨੇ ਇਹ lower motor neuron ਦੇ cell bodies ਦਾ ਬਣਿਆ ਹੁੰਦਾ and ਇਹਦੇ ਵਿੱਚ ਵੀ pass out ਹੁੰਦੀਆਂ ਨੇ motor impulses ਜੋ ਕਿ ਆਉਂਦੀਆਂ ਨੇ ਉੱਪਰੋਂ brain ਤੋਂ spinal cord ਦੇ ਵੱਲ and spinal cord ਤੋਂ ਜਾਂਦੀਆਂ ਨੇ toward the target organ. So next one is the white matter. The white matter of the spinal cord is arranged in three columns or the tracts that are anterior, posterior and the lateral. So similar to the gray matter, the white matter is also divided into three portions. ਕਿਹੜੇ ਹੁੰਦੇ ਨੇ ਉਹ anterior portion, posterior portion and lateral portion.
So these tracks are formed by the sensory nerve fibers ascending to the brain. ਇਹ ਜੋ ਹੁੰਦੇ ਨੇ ਟਰੈਕਸ ਬਣੇ ਹੁੰਦੇ ਨੇ ਇਹ ਕਾਦੇ ਬਣੇ ਹੁੰਦੇ ਨੇ ਸੈਂਸਰੀ ਨਰਵ ਫਾਈਬਰਸ ਇਹਨਾਂ ਵਿੱਚ ਲਾਈਕ ਜੋ ਵਾਈਟ ਮੈਟਰ ਹੁੰਦਾ ਹੈ ਉਹ ਸਾਨੂੰ ਪਤਾ ਹੈ ਕਿ ਫਾਈਬਰਸ ਦਾ ਬਣਿਆ ਹੁੰਦਾ ਹੈ ਐਂਡ ਇਹਨਾਂ ਵਿੱਚ ਕਿਹੜੇ ਨਰਵ ਫਾਈਬਰਸ ਹੁੰਦੇ ਨੇ ਸੈਂਸਰੀ ਨਰਵ ਫਾਈਬਰਸ ਹੁੰਦੇ ਨੇ ਐਂਡ ਮੋਟਰ ਨਰਵ ਫਾਈਬਰਸ ਵੀ ਇਹਨਾਂ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ which are descending from the brain. So ਜੋ sensory ਹੁੰਦੇ ਨੇ ਉਹ sending ਹੁੰਦੇ ਨੇ ਮਤਲਬ ਕੀ ਹੈ ਕਿ ਉਹ nerve impulses brain ਵੱਲ ਨੂੰ ਲੈ ਕੇ ਜਾਂਦੇ ਨੇ ਜੋ motor nerve fibers present ਹੁੰਦੇ ਨੇ ਇਹਦੇ ਵਿੱਚ ਉਹ ਹੁੰਦੇ ਨੇ descending from the brain ਮਤਲਬ ਕਿ ਉਹ brain ਤੋਂ ਮੈਸੇਜ ਲੈ ਕੇ ਆ ਰਹੀਆਂ ਨੇ toward the spinal cord and from the spinal cord toward the affected organ. Then the upper motor neurons, this has its cell body in the precentral sulcus area of the cerebrum. जो central sulcus ਹੁੰਦਾ है जो ਅਸੀਂ ਆਪਣੇ previous lecture ਦੇ ਵਿੱਚ ਪੜ੍ਹਿਆ ਸੀ central sulcus that is located in the cerebrum. So ਇਹਦੇ ਬਿਲਕੁਲ ਅੱਗੇ ਵਾਲੀ ਸਾਈਡ ਦੇ ਉੱਤੇ ਇਹ ਵਾਲੀਆਂ cell bodies lie ਕਰਦੀਆਂ ਨੇ in the cerebrum. The axons pass through the internal capsule. ਜੋ axons ਇਹਨਾਂ ਤੋਂ ਨਿਕਲਣ ਵਾਲੇ ਵਾਲੀਆਂ cell bodies ਦੇ ਨਾਲ ਜੋ axons ਜੁੜੇ ਹੁੰਦੇ ਨੇ ਉਹ pass out ਹੁੰਦੇ ਨੇ through the internal capsule that is another part of the cerebrum and then moving toward the pons, then to the medulla and then toward the spinal cord. The axons of these upper motor neurons make decussate in the ਮੈਡੂਲਾ ਬਲੋਂਗੇਟਾ ਸੋ ਇਹ ਵਾਲੇ ਜਿਹੜੇ ਐਗਜ਼ੌਨਸ ਨੇ ਜਦੋਂ ਮੈਡੂਲਾ ਬਲੋਂਗੇਟਾ ਦੇ ਵਿੱਚੋਂ ਪਾਸ ਆਊਟ ਹੁੰਦੇ ਨੇ ਤਾਂ ਇੱਕ ਦੂਸਰੇ ਨੂੰ ਕੀ ਹੈ ਕ੍ਰਾਸ ਕਰਦੇ ਨੇ ਰਾਈਟ ਸਾਈਡ ਤੋਂ ਆਉਣ ਵਾਲੇ ਲੈਫਟ ਸਾਈਡ ਤੇ ਚਲੇ ਜਾਣਗੇ ਲੈਫਟ ਸਾਈਡ ਤੋਂ ਆਉਣ ਵਾਲੇ ਰਾਈਟ ਸਾਈਡ ਤੇ ਚਲੇ ਜਾਣਗੇ ਜਦੋਂ ਇੱਕ ਦੂਸਰੇ ਨੂੰ ਕ੍ਰਾਸ ਕਰਦੇ ਨੇ ਇਟ ਮੀਨਸ ਇਹ ਜਦੋਂ ਕ੍ਰਾਸਿੰਗ ਓਵਰ ਹੋ ਗਿਆ ਇਟ ਮੀਨਸ ਜੋ ਬਾਡੀ ਦੀ ਫੰਕਸ਼ਨਿੰਗ ਹੈ ਰਾਈਟ ਸਾਈਡ ਦੀ ਫੰਕਸ਼ਨਿੰਗ ਉਹ ਬ੍ਰੇਨ ਦਾ ਲੈਫਟ ਸਾਈਡ ਕੰਟਰੋਲ ਕਰੇਗਾ ਜੋ ਬ੍ਰੇਨ ਦੀ ਜੋ ਬਾਡੀ ਦੀ ਰਾਈਟ ਲੈਫਟ ਸਾਈਡ ਦੀ ਫੰਕਸ਼ਨਿੰਗ ਆਫ ਬ੍ਰੇਨ ਦਾ ਰਾਈਟ ਸਾਈਡ ਕੰਟਰੋਲ ਕਰੇਗਾ ਮਤਲਬ ਇਹ ਦੋਨੋਂ ਕੀ ਆਪੋਜ਼ਿਟ ਹੁੰਦੇ ਨੇ ਕਿਉਂਕਿ ਇਹ ਪੁਆਇੰਟ ਆਫ ਡੈਪੋਜੀਸ਼ਨ ਦੇ ਉੱਤੇ ਮੈਡੂਲਾ ਬਲੋਂਗੇਟਾ ਦੇ ਵਿੱਚ ਅਪਰ ਮੋਟਰ ਨਿਊਰੋਨਸ ਜਿਹੜੇ ਬ੍ਰੇਨ ਤੋਂ ਮੈਸੇਜ ਲੈ ਕੇ ਆ ਰਹੇ ਨੇ ਉਹ ਕ੍ਰਾਸ ਹੋ ਜਾਂਦੇ ਨੇ ਸੋ ਜਿਹੜੇ ਰਾਈਟ ਸਾਈਡ ਤੋਂ ਮੈਸੇਜ ਲੈ ਕੇ ਆ ਰਹੇ ਨੇ ਉਹ ਕੰਟਰੋਲ ਕਰਨਗੇ ਲੈਫਟ ਸਾਈਡ ਦੀ ਐਕਟੀਵਿਟੀਜ਼ ਨੂੰ ਜਿਹੜੇ ਲੈਫਟ ਸਾਈਡ ਤੋਂ ਮੈਸੇਜ ਲੈ ਕੇ ਆ ਰਹੇ ਨੇ ਉਹ ਕੰਟਰੋਲ ਕਰਨਗੇ ਰਾਈਟ ਸਾਈਡ ਦੀ ਐਕਟੀਵਿਟੀਜ਼ ਨੂੰ So next are the lower motor neurons because I have discussed with you that motor neurons are divided into two categories. One are the upper motor neurons and one are the lower motor neurons. Basically, in the which difference ki hunda jehde upper motor neurons ne they are located in the brain. They are related to brain. Jehde lower motor hunde ne they are related to the spinal cord. So this has its cell body in the anterior horn of the gray matter in the spinal cord. We already have discussed this ki jehde ਲੋਅਰ ਮੋਟਰ ਨਿਊਰੋਨਸ ਹੁੰਦੇ ਨੇ ਉਹ ਹੁੰਦੇ ਨੇ ਆਪਣੇ ਐਂਟੀਰੀਅਰ ਹੌਰਨ ਦੇ ਵਿੱਚ ਆਫ ਦਾ ਗ੍ਰੇ ਮੈਟਰ ਆਫ ਦਾ ਸਪਾਈਨਲ ਕਾਰਡ ਦਾ ਜੋ ਗ੍ਰੇ ਮੈਟਰ ਹੈ ਉਹਦੇ ਜੋ ਐਂਟੀਰੀਅਰ ਹੌਰਨਸ ਨੇ ਇਹਨਾਂ ਵਿੱਚ ਜਿਹੜੀਆਂ ਸੈਲ ਬੋਡੀਜ਼ ਪ੍ਰੈਜ਼ੈਂਟ ਹੁੰਦੀਆਂ ਨੇ ਉਹ ਲੋਅਰ ਮੋਟਰ ਨਿਊਰੋਨਸ ਦੀਆਂ ਪ੍ਰੈਜ਼ੈਂਟ ਹੁੰਦੀਆਂ ਨੇ ਸੋ ਇਟਸ ਐਗਜ਼ੌਨਸ ਜੁਆਇਨ ਵਿਦ ਦ ਇਨਕਮਿੰਗ ਸੈਂਸਰੀ ਫਾਈਬਰਸ ਸੋ ਜਿਹੜੇ ਇਹਨਾਂ ਤੋਂ ਨਿਕਲਣ ਵਾਲੇ ਇਹਨਾਂ ਦੇ ਨਾਲ ਜੁੜੇ ਹੋਏ ਸੈਲ ਬੋਡੀਜ਼ ਦੇ ਨਾਲ ਜੁੜੇ ਹੋਏ ਐਗਜ਼ੌਨਸ ਨੇ ਉਹ ਸੈਂਸਰੀ ਫਾਈਬਰਸ ਦੇ ਨਾਲ ਜੋ ਕਿ ਇੰਪਲਸਿਸ ਨੂੰ ਆਰਗਨ ਤੋਂ ਬ੍ਰੇਨ ਵੱਲ ਨੂੰ ਲੈ ਕੇ ਜਾ ਰਹੇ ਨੇ ਉਹਨਾਂ ਦੇ ਨਾਲ ਕੀ ਹੈ ਕੰਬਾਈਨ ਹੁੰਦੇ ਨੇ ਕੰਬਾਈਨ ਇਨ ਦਾ ਸੈਂਸ ਕਿ ਇੱਕ ਟਰੈਕ ਦੇ ਵਿੱਚੋਂ ਸੇਮ ਹੋ ਜਾਂਦੇ ਨੇ ਉੱਥੋਂ ਹੀ ਉਸ ਸਿਮਿਲਰ ਟਰੈਕ ਦੇ ਵਿੱਚੋਂ ਸੈਂਸਰੀ ਫਾਈਬਰਸ ਨਿਕਲ ਰਹੇ ਨੇ ਉਸੇ ਟਰੈਕ ਦੇ ਵਿੱਚੋਂ ਆਪਣੇ ਮੋਟਰ ਫਾਈਬਰਸ ਕੀ ਆ ਨਿਕਲ ਰਹੇ ਨੇ ਐਂਡ ਫਾਰਮ ਦਾ ਜਿੱਥੇ ਉਹ ਦੋਨੋਂ ਸੇਮ ਪਾਥਵੇ ਬਣਾਉਣਗੇ ਉੱਥੇ ਉਹਨਾਂ ਨੂੰ ਬੋਲਦੇ ਆ mixed spinal nerves which passes through the intervertebral foramen so ਉਹ ਕੀ ਆਪਣੇ ਕੋਲ mixed nerves ਬਣਾਉਣਗੇ ਜੋ ਕਿ central portion ਜੋ ਕਿ ਆਪਣਾ vertebral column ਹੁੰਦਾ ਆ ਉਹਦੇ ਇੱਕ ਸੈਂਟਰ ਦੇ ਵਿੱਚ ਜੋ ਉਹਦੇ ਕੈਨਾਲ ਹੁੰਦਾ ਆ ਉਹਨੂੰ ਆਪਾਂ intervertebral foramen ਬੋਲਦੇ ਆ ਉਹਦੇ ਵਿੱਚ ਕੀ ਉਹ mixed spinal nerves ਕੀ ਆ pass out ਹੁੰਦੀਆਂ ਨੇ so like this So these are the sensory nerve fibers moving toward the spinal cord and from the spinal cord these are getting the nerve impulses toward the brain. So these are the motor neurons. Jithe jaake these are the connector neurons because these are in the spinal cord. These are connecting the sensory nerve fibers and the motor nerve fibers. So these are the connector neurons. So jithe apne jehde track de vich sensory nerve fibers and motor nerve fibers ਆਪਸ ਦੇ ਵਿੱਚ ਇੱਕ same pathway ਦੇ ਵਿੱਚ ਜਾਂਦੇ ਨੇ ਇੱਕ same track ਦੇ ਵਿੱਚ ਇਕੱਠੇ ਹੋ ਜਾਂਦੇ ਨੇ ਉਹ ਇੱਕ single nerve ਬਣਾਉਂਦੇ ਨੇ that is known as mixed nerve. So next one important part is the reflex arc. So reflex arc ਕੀ ਹੁੰਦੀ ਹੈ? So reflex arc is a neural pathway that controls a reflex. So reflex arc kuch bhi nahi hai, this is simply a pathway. So there are so many queries regarding the reflex arc among the students.
ਕਿ ਰਿਫਲੈਕਸ ਆਰਕ ਬੇਸਿਕਲੀ ਹੁੰਦੀ ਕੀ ਹੈ? ਦਿਸ ਇਜ਼ ਨਥਿੰਗ, ਦਿਸ ਇਜ਼ ਅ ਪਾਥਵੇ। ਇੱਕ ਨਰਵਸ ਸਿਸਟਮ ਦਾ ਪਾਥਵੇ ਹੀ ਹੁੰਦਾ ਹੈ, ਨਿਊਰਲ ਪਾਥਵੇ ਹੁੰਦਾ ਹੈ, ਜਿਹੜਾ ਕੀ ਹੈ ਆਉਣ ਵਾਲੀਆਂ ਰਿਫਲੈਕਸਿਸ ਨੂੰ ਕੰਟਰੋਲ ਕਰਦਾ ਹੈ, ਚਾਹੇ ਉਹ ਸਾਡੀਆਂ ਲਾਈਕ ਸੈਂਸਿਸ ਦੇ ਰਿਲੇਟਡ ਰਿਫਲੈਕਸਿਸ ਨੇ, ਚਾਹੇ ਉਹ ਸਾਡੇ ਐਕਸ਼ਨਸ ਦੇ ਰਿਲੇਟਡ ਰਿਫਲੈਕਸਿਸ ਨੇ। ਸੋ ਜਿਹੜੀਆਂ ਸਪਾਈਨਲ ਰਿਫਲੈਕਸਿਸ ਨੇ, these consist of three basic elements. ਕਿਹੜੇ ਐਲੀਮੈਂਟਸ ਹੁੰਦੇ ਨੇ? Number one are the sensory neurons. Second one are the connector neurons in the spinal cord. Third one are the lower motor neurons. So ਇਹ ਤਿੰਨ ਤਰ੍ਹਾਂ ਦੇ ਨਿਊਰੋਨਸ ਨੇ ਜਿਹੜੇ ਤਿੰਨੋਂ ਮਿਲ ਕੇ ਕੀ ਆਪਣੇ ਜਿਹੜਾ ਇਹ ਇੱਕ ਪਾਥਵੇ ਬਣਾਉਂਦੇ ਨੇ ਨਰਵ ਇੰਪਲਸ ਦੇ ਜਨਰੇਟ ਹੋਣ ਤੋਂ ਲੈ ਕੇ ਨਰਵ ਇੰਪਲਸ ਦੇ ਟਾਰਗੇਟ ਆਰਗਨ ਤੱਕ ਪਹੁੰਚਣ ਦਾ, ਉਹਨੂੰ ਅਸੀਂ ਬੋਲਦੇ ਹਾਂ ਰਿਫਲੈਕਸ ਆਰਕ। So this is depicted like this. So stimulus, ਕੋਈ ਵੀ stimulus ਹੈ ਅਫੈਕਟਡ ਆਰਗਨ ਤੋਂ ਆ ਰਿਹਾ ਹੈ, ਸਚ ਐਸ ਹੀਟ, ਮੈਂ ਹੀਟ ਨੂੰ ਟੱਚ ਕਰ ਰਹੀ ਹਾਂ, ਲਾਈਕ ਉੱਥੋਂ ਕੀ ਹੈ ਸਟਿਮੂਲਸ ਆ ਰਿਹਾ, ਜੋ ਹੀਟ ਇੱਕ ਸਟਿਮੂਲਸ ਦਾ ਕੰਮ ਕਰੇਗੀ ਮੇਰੇ ਲਈ। ਦੈਨ the heat detectors in the skin of the hand, ਤਾਂ ਹੈਂਡ ਦੇ ਵਿੱਚ ਕੀ ਪ੍ਰੈਜ਼ੈਂਟ ਹੈ, ਮੇਰੇ ਹੱਥ ਦੇ ਵਿੱਚ ਕੀ ਪ੍ਰੈਜ਼ੈਂਟ ਹੈ, some kind of receptors are there। ਕਿਹੜੇ receptors ਨੇ? they are the sensory receptors। so sensory receptor cells ਉੱਥੇ ਪ੍ਰੈਜ਼ੈਂਟ ਨੇ ਜੋ ਕਿ ਉਹ ਹੀਟ ਨੂੰ ਸਟਿਮੂਲਸ ਨੂੰ ਕੀ ਹੈ ਕੈਪਚਰ ਕਰ ਲੈਣਗੇ। ਸੋ ਉਹ ਕੀ ਹੈ ਰਿਸੈਪਟਰ ਤੋਂ ਮੂਵ ਕਰਨਗੀਆਂ ਟੂਵਰਡ ਦਾ ਸੈਂਸਰੀ ਨਿਊਰੋਨਸ, ਤਾਂ ਉਹਨਾਂ ਨੇ ਸੈਂਸਰੀ ਨਿਊਰੋਨਸ ਤੱਕ ਜਾਣਾ ਹੈ। ਸੈਂਸਰੀ ਨਿਊਰੋਨਸ ਤੋਂ ਬਾਅਦ ਉਹ ਜਾਣਗੇ ਸਪਾਈਨਲ ਕਾਰਡ ਦੇ ਵਿੱਚ। ਸਪਾਈਨਲ ਕਾਰਡ ਦੇ ਵਿੱਚ ਕੀ ਪ੍ਰੈਜ਼ੈਂਟ ਹੁੰਦਾ ਹੈ ਸਾਡਾ ਕਨੈਕਟਰ ਨਿਊਰੋਨਸ, ਦੈਨ ਮੂਵਿੰਗ ਟੂਵਰਡ ਦਾ ਕਨੈਕਟਰ ਨਿਊਰੋਨਸ। ਕਨੈਕਟਰ ਨਿਊਰੋਨਸ ਦੂਸਰੀ ਸਾਈਡ ਤੇ ਕਿਹਦੇ ਨਾਲ ਜੁੜੇ ਹੁੰਦੇ ਨੇ? ਮੋਟਰ ਨਿਊਰੋਨਸ ਦੇ ਨਾਲ ਜੁੜੇ ਹੁੰਦੇ ਨੇ, ਕਿਉਂਕਿ ਹੁਣ ਟਾਈਮ ਹੈ ਐਕਸ਼ਨ ਦਾ। ਇਹ ਤਾਂ ਹਜੇ ਸਟਿਮੂਲਸ ਆ ਰਿਹਾ, ਸਟਿਮੂਲੇਟ ਹੋ ਰਹੀ ਹੈ, ਸੈਂਸਸ ਆ ਰਹੀਆਂ ਨੇ ਟੂਵਰਡ ਦਾ ਸਪਾਈਨਲ ਕਾਰਡ। ਸਪਾਈਨਲ ਕਾਰਡ ਤੋਂ ਬਾਅਦ ਟਾਈਮ ਹੋ ਜਾਂਦਾ ਹੈ ਐਕਸ਼ਨ ਦਾ, ਟੇਕ ਦਾ ਐਕਸ਼ਨ ਫॉर दैट। ਸੋ ਸਪਾਈਨਲ ਕਾਰਡ ਦੇ ਵਿੱਚ ਜੋ ਕਨੈਕਟਰ ਨਿਊਰੋਨਸ ਨੇ ਸੈਕੰਡ ਸਾਈਡ ਤੇ ਜੁੜੇ ਹੁੰਦੇ ਨੇ ਆਪਣੇ ਮੋਟਰ ਨਿਊਰੋਨਸ ਦੇ ਨਾਲ, ਤਾਂ ਮੋਟਰ ਨਿਊਰੋਨਸ ਦੇ ਥਰੂ ਮੋਟਰ ਇੰਪਲਸਿਸ ਜਨਰੇਟ ਹੋ ਕੇ ਮੋਟਰ ਨਿਊਰੋਨਸ ਦੇ ਥਰੂ ਪਾਸ ਆਊਟ ਹੋਣਗੀਆਂ ਐਂਡ ਵਿਲ ਰੀਚ ਦਾ ਅਫੈਕਟਰ ਆਰਗਨ that are the muscles of the arm। ਮੇਰੇ ਆਰਮ ਦੇ ਮਸਲਸ ਤੱਕ ਪਹੁੰਚ ਗਏ, they have to reach in the hand। ਸੋ ਉਸ ਤੋਂ ਬਾਅਦ ਉਹ ਪਹੁੰਚਣਗੀਆਂ ਮੇਰੇ ਹੈਂਡ ਤੱਕ, ਇੰਪਲਸਿਸ ਪਹੁੰਚ ਜਾਣਗੀਆਂ ਐਂਡ the hand will be lifted। ਸੋ ਰਿਸਪੌਂਸ ਕੀ ਹੋਏਗਾ? ਮੈਂ ਆਪਣਾ ਹੱਥ ਤੋਂ ਹਟਾ ਲਾਂਗੀ ਹੀਟ ਨੂੰ। ਸੋ that will be the action। ਸੋ ਜੋ ਇਹ ਓਵਰਆਲ ਪਾਥਵੇ ਬਣਿਆ ਆ ਸਟਿਮੂਲਸ ਦੇ ਸਟਿਮੂਲੇਟ ਲਾਈਕ ਸੈਂਸਰੀ ਨਰਵ ਫਾਈਬਰਸ ਨੂੰ ਸਟਿਮੂਲੇਟ ਕਰਨ ਤੋਂ ਲੈ ਕੇ ਜੋ ਆਪਣੇ ਪਾਸਿੰਗ ਆਊਟ ਹੁੰਦਾ ਆ ਮੋਟਰ ਇੰਪਲਸ ਦੀ ਜਨਰੇਸ਼ਨ ਹੁੰਦੀ ਹੈ, ਦੈਨ ਇਟਸ ਪਾਸਿੰਗ ਟੂਵਰਡ ਦਾ ਅਫੈਕਟਡ ਆਰਗਨ, ਦੈਨ ਜੋ ਰਿਸਪੌਂਸ ਉੱਤੇ ਪਲੇ ਹੁੰਦਾ ਉੱਥੋਂ ਤੱਕ ਇਹ ਜੋ ਓਵਰਆਲ ਪਾਥਵੇ ਹੈ ਦਿਸ ਇਜ਼ ਨੋਨ ਐਜ਼ ਦਾ ਰਿਫਲੈਕਸ ਆਰਕ। So next one and last one is the reflex action। reflex action की है sorry, a reflex action is an immediate motor response to a sensory stimulus। जो sensory stimulus आ रहा सी, for example in the previous slide we have read about जो heat ਸੀਗੀ ਇੱਕ sensory stimulus ਦਾ ਕੰਮ ਕਰ ਰਹੀ ਸੀਗੀ, okay sensory stimulus ਉਸ ਨੂੰ ਮੇਰਾ hand ਕੀ ਐਕਸ਼ਨ ਕਰ ਰਿਹਾ ਸੀ, ਉਸ ਲਈ ਮੇਰਾ hand ਕੀ ਰਿਸਪੌਂਸ ਸ਼ੋ ਕਰ ਰਿਹਾ ਸੀਗਾ, ਕੀ ਰਿਫਲੈਕਸਸ ਆਉਣ ਤੋਂ ਬਾਅਦ ਕੀ ਰਿਫਲੈਕਸ ਐਕਸ਼ਨ ਸੀਗਾ ਉਸਦਾ, that is a reflex action। ਕੀ ਉਹ ਐਕਸ਼ਨ ਲੈ ਰਿਹਾ ਸੀਗਾ reflex ਆਉਣ ਤੋਂ ਬਾਅਦ, that is a reflex action। So many connector and the motor neurons may be stimulated by the efferent impulses from a small area of the skin। This thing also we have discussed about in the previous lectures। efferent impulses। So efferent ਕਿਹੜੀਆਂ ਹੁੰਦੀਆਂ ਨੇ? ਜਿਹੜੀਆਂ sensory impulses ਹੁੰਦੀਆਂ ਨੇ। efferent ਕਿਹੜੀਆਂ ਹੁੰਦੀਆਂ ਨੇ? ਜਿਹੜੀਆਂ motor impulses ਹੁੰਦੀਆਂ ਨੇ। ਸੋ ਜਿਹੜੇ motor and connector neurons ਨੇ stimulate ਹੋਣਗੇ, ਕਦੋਂ stimulate ਹੋਣਗੇ? ਜਦੋਂ ਸਾਡੀਆਂ ਜਿਹੜੀਆਂ sensory impulses ਨੇ that are the efferent impulses ਉਹ ਕੀ ਹੈ ਕੋਈ stimulus ਤੋਂ stimulate ਹੋ ਕੇ nerve impulses ਨੂੰ ਲੈ ਕੇ ਆ ਰਹੀ ਹੈ, then ਉਹ nerve impulses ਪਹੁੰਚਣਗੀਆਂ connector neurons ਤੱਕ। connector neurons stimulate ਹੋਏ, ਉਹਨਾਂ ਨੇ stimulate ਕੀਤਾ further motor neurons। motor neurons stimulate ਹੋਏ, ਇਹਨਾਂ ਨੇ ਮੈਸੇਜ ਕਿੱਥੇ ਤੱਕ ਭੇਜਿਆ, nerve impulses ਕਿੱਥੇ ਤੱਕ ਭੇਜੀਆਂ toward the affected organ and affected organ stimulate ਹੋ ਕੇ response show ਕਰੇਗਾ, that is the reflex action। So these stimulate many connector and the lower motor neurons in the cord which result in the contraction of the many skeletal muscles। ਜਿਹਦੇ ਨਾਲ ਕੀ ਆਪਣੇ skeletal muscle contract ਹੋ ਰਹੇ ਨੇ and I am going to lift up my hand। ਤਾਂ ਮੈਂ ਆਪਣਾ ਹੱਥ ਹਟਾ ਲਿਆ ਹੈ। ਸੋ ਜੋ ਹੱਥ ਹਟਾਣਾ ਹੈ that is the reflex action ਜੋ ਕਿ immediate reflex ਆਉਣ ਤੋਂ ਬਾਅਦ nerve impulse generate ਹੋ ਕੇ muscle nerve fiber ਦੇ through ਮੇਰੇ hand ਤੱਕ ਜੋ ਪਹੁੰਚ ਰਹੀ ਹੈ and ਉਸ ਦੇ ਨਾਲ ਜੋ ਮੈਂ ਆਪਣਾ hand lift up ਕਰ ਰਹੀ ਹਾਂ ਉਹ overall ਜਿਹੜਾ ਹੈ action ਹੈ that is the reflex action। So hopefully you have understand about the reflex arc and the reflex action।
So in my today's lecture, I have discussed about the autonomic nervous system, effects of the autonomic stimulation, then parasympathetic nervous system, then sympathetic nervous system, spinal cord, reflex arc, and the reflex action. So hopefully each and everything is clear to you about the nervous system. Thank you.